ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਪ੍ਰੋਗਰਾਮ ਚਾਹ ਦੇ ਨਾਲ ਤੇ ਚਾਹ ਦੇ ਨਾਲ ਤੇ ਤੁਸੀਂ ਵੇਖ ਰਹੇ ਹੋ FM 4K TV। ਤੁਹਾਡਾ ਆਪਣਾ ਮੇਜ਼ਬਾਨ ਡਾਕਟਰ ਸ਼ੌਕਤ ਅਲੀ ਚੌਧਰੀ। ਤੁਹਾਨੂੰ ਪਤਾ ਇਸ ਪ੍ਰੋਗਰਾਮ ਦਾ ਪੈਟਰਨ ਸਾਡਾ ਬਿਲਕੁਲ ਪੰਜਾਬੀ ਦਾ ਹੁੰਦਾ ਹੈ। ਅਸੀਂ ਆਪਣੇ ਮਹਿਮਾਨਾਂ ਨਾਲ ਜਿਹੜੀ ਗੱਲਬਾਤ ਕਰਨੇ ਆ, ਆਪਣੇ ਪਰੌਣਿਆਂ ਨਾਲ ਜਿਹੜੀ ਗੱਲਬਾਤ ਕਰਨੇ ਆ, ਉਹ ਵੀ ਅਸੀਂ ਪੰਜਾਬੀ ਵਿੱਚ ਕਰਨੇ ਆ। ਇਹਦੇ ਦੋ ਮਕਸਦ ਹੁੰਦੇ ਨੇ ਇਸ ਪ੍ਰੋਗਰਾਮ ਦੇ ਕਰਨ ਦੇ। ਇੱਕ ਤੇ ਅਸੀਂ ਮੂੰਹ ਬੋਲੀ ਦਾ ਤਹਫ਼ੁਜ਼ ਕਰਨ ਦੀ ਕੋਸ਼ਿਸ਼ ਕਰਨੇ ਆ, ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਨੇ ਆ। ਔਰ ਦੂਸਰਾ ਇਹਦਾ ਮਕਸਦ ਇਹ ਹੁੰਦਾ ਹੈ ਕਿ ਸਾਡੇ ਬੱਚੇ ਜਾਂ ਸਾਡੇ ਉਹ ਦੋਸਤ, ਉਹ ਹਲਕਾ ਅਹਿਬਾਬ ਜਿਨ੍ਹਾਂ ਨੇ ਇਸ ਧਰਤੀ ਮਾਂ ਦੇ ਸੀਨੇ ਤੇ ਪਰਵਰਿਸ਼ ਪਾਈ, ਤਾਲੀਮ ਹਾਸਲ ਕੀਤੀ ਔਰ ਆਪਣੇ ਅੱਲਾ ਦੇ ਫਜ਼ਲ ਤੋਂ ਬਾਅਦ ਆਪਣੀ ਤਾਲੀਮੀ ਬਲਬੋਤੇ ਤੇ ਆਪਣੇ ਵਤਨ ਨੂੰ ਔਰ ਇਸ ਧਰਤੀ ਮਾਂ ਨੂੰ ਰੋਸ਼ਨ ਕੀਤਾ ਆਪਣੀ ਕਾਬਲੀਅਤ ਦੇ ਜ਼ਰੀਏ, ਔਰ ਇਸ ਧਰਤੀ ਮਾਂ ਦੇ ਕਰਜ਼ ਨੂੰ ਅਦਾ ਕੀਤਾ ਆਪਣੀ ਜ਼ਿੰਮੇਦਾਰੀਆਂ ਦਾ ਅਹਿਸਾਸ ਕਰਦੇ ਹੋਇਆ ਔਰ ਉਹਨਾਂ ਨੂੰ ਐਸੇ ਤਰੀਕੇ ਦੇ ਨਾਲ ਨਿਭਾਉਂਦੇ ਹੋਇਆ। ਇਸੇ ਤਰ੍ਹਾਂ ਹੀ ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਮੌਜੂਦ ਨੇ, ਇਹ ਕਿਸੇ ਤਾਰਫ ਦੇ ਮੁਹਤਾਜ ਨਹੀਂ। ਇਹਨਾਂ ਦਾ ਤਾਲੁਕ ਵੁਕਲਾ ਬਰਾਦਰੀ ਦੇ ਨਾਲ ਹੈ ਔਰ ਵੇਖਣ 'ਚ ਬਿਲਕੁਲ ਯੰਗ ਤਰੰਗ ਬੰਦਾ ਲੱਗਦਾ ਪਿਆ, ਬਿਲਕੁਲ ਨੌਜਵਾਨ ਹੈ ਮਾਸ਼ਾਅੱਲਾ। ਲੇਕਿਨ ਇਹਨਾਂ ਦੀ ਸਲਾਹੀਅਤ ਦਾ ਅੰਦਾਜ਼ਾ, ਇਹਨਾਂ ਦੀ ਕਾਬਲੀਅਤ ਦਾ ਅੰਦਾਜ਼ਾ ਜਿਵੇਂ ਜਿਵੇਂ ਤੁਸੀਂ ਅੱਗੇ ਪ੍ਰੋਗਰਾਮ ਵਿੱਚ ਅਸੀਂ ਵਧਦੇ ਲੱਗ ਜਾਵਾਂਗੇ ਔਰ ਤੁਹਾਨੂੰ ਅੰਦਾਜ਼ਾ ਹੁੰਦਾ ਲੱਗਾ ਜਾਏਗਾ ਕਿ ਵੇਖਣ ਨੂੰ ਉਹ ਬੰਦਾ ਜਿਹਦਾ ਨਾਮ ਰਾਸ਼ਿਦ ਸੁਹੇਲ ਮਹਿਰ ਸਾਹਿਬ ਐਡਵੋਕੇਟ ਨੇ। ਇਹਨਾਂ ਬੁਨਿਆਦੀ ਤਾਲੀਮ ਵੀ ਗੁਜਰਾਲੇ ਤੋਂ ਜਾਂ ਫਿਰ ਲਾਹੌਰ ਤੋਂ ਇਹਨਾਂ ਹਾਸਲ ਕੀਤੀ। ਵੁਕਲਾ ਸਾਡੇ ਬੱਚੇ ਨੇ ਔਰ ਘਰ ਘਰ ਮਾਸ਼ਾਅੱਲਾ ਤੁਸੀਂ ਵੇਖਦੇ ਹੋ ਕਿ ਬੱਚੇ ਵਕੀਲ ਬਣਦੇ ਨੇ ਪਏ। ਉਹ ਜਿਵੇਂ ਆਉਂਦੇ ਨੇ ਕਿ ਘਰ ਘਰ ਜੰਮਣ ਚਿੜੀਆਂ ਤੇ ਘਰ ਘਰ ਜੰਮਣ ਕਾਂ, ਘਰ ਘਰ ਜੰਮਣ ਚਿੜੀਆਂ ਤੇ ਘਰ ਘਰ ਜੰਮਣ ਕਾਂ, ਕਿਧਰੇ ਕਿਧਰੇ ਜੰਮਦੇ ਤੇ ਬਾਜ਼ ਜਿਨ੍ਹਾਂ ਦਾ ਨਾਂ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਮੇਰੇ ਨਾਲ ਰਾਸ਼ਿਦ ਸਾਹਿਬ ਬੈਠੇ ਨੇ, ਮੈਂ ਇਹਨਾਂ ਵਾਸਤੇ ਸ਼ੇਰ ਪੜ੍ਹਿਆ ਔਰ ਇਹਨਾਂ ਦੀ ਕਾਬਲੀਅਤ ਦਾ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਉਸ ਮੁਕੱਦਮੇ ਦੇ ਵਿੱਚ ਇਹ ਮਾਸ਼ਾਅੱਲਾ ਇਹਨਾਂ ਨੇ ਉਸ ਨੂੰ ਪਰਸਿਊ ਕੀਤਾ ਔਰ ਉਸ ਪਹਿਲੇ ਦਿਨ ਤੋਂ ਲੱਗ ਕੇ ਆਖਿਰ ਤੱਕ, ਔਰ ਉਹ ਮੁਕੱਦਮਾ ਜਿਹੜਾ ਨਾ ਸਿਰਫ ਪਾਕਿਸਤਾਨ ਬਲਕਿ ਪੂਰੀ ਦੁਨੀਆ ਦੇ ਵਿੱਚ ਬੱਚੇ ਬੱਚੇ ਦੀ ਜ਼ਬਾਨ 'ਤੇ ਸੀ। ਤੁਹਾਨੂੰ ਯਾਦ ਹੋਵੇਗਾ ਕਿ 2021 ਦੇ ਵਿੱਚ 3/12/21 ਨੂੰ ਸਿਆਲਕੋਟ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਇੱਕ ਸ੍ਰੀਲੰਕਾ ਦਾ ਇੱਕ ਬਾਸ਼ਿੰਦਾ ਸੀ ਜਿਹੜਾ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਜਾਂ ਜਨਰਲ ਮੈਨੇਜਰ ਸੀ ਉਸ ਫੈਕਟਰੀ ਦੇ ਵਿੱਚ, ਤੇ ਉਹਨੂੰ ਤੋਹੀਨੇ ਰਸਾਲਤ ਦਾ ਇਲਜ਼ਾਮ ਦੇ ਕੇ ਤੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ। ਔਰ ਅਗਰ ਇਹਨਾਂ ਵਾਕਿਆਤ 'ਤੇ ਅਸੀਂ ਗੱਲਬਾਤ ਕਰਨਾ ਸ਼ੁਰੂ ਕਰ ਦਈਏ ਤੇ ਮੇਰੀ ਦਾਨਿਸ਼ ਦੇ ਮੁਤਾਬਿਕ ਮੈਂ ਸਮਝਣਾ ਕਿ ਕਈ ਐਸੇ ਵਾਕਿਆਤ ਮੇਰੇ ਨਜ਼ਰ 'ਚ ਗੁਜ਼ਰਦੇ ਨੇ ਪਏ। ਐਕਚੁਅਲ ਮੈਂ ਗੱਲਬਾਤ ਇਹਨਾਂ ਨਾਲ ਕਰਨਾ ਚਾਹੁੰਦਾ, ਲੇਕਿਨ ਮੈਂ ਚੰਦ ਇੱਕ ਅਲਫਾਜ਼ ਦੇ ਤਮਹੀਦੀ ਗੱਲਾਂ ਇਸ ਵਾਸਤੇ ਕਰਨਾ ਚਾਹੁੰਦਾ ਕਿ ਸਾਨੂੰ ਸੋਚਣਾ ਹੋਵੇਗਾ, ਸਾਨੂੰ ਵੇਖਣਾ ਹੋਵੇਗਾ। ਸਾਡੇ ਈਮਾਨ ਦਾ ਹਿੱਸਾ ਹੈ। ਸਾਡਾ ਈਮਾਨ ਮੁਕੰਮਲ ਹੋ ਹੀ ਨਹੀਂ ਸਕਦਾ ਜਿੰਨੀ ਦੇਰ ਤੱਕ ਸਾਡੇ ਰਗੋ ਰੇਸ਼ਾ ਦੇ ਵਿੱਚ ਮੁਹੱਬਤੇ ਮੁਸਤਫਾ ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਲਾਜ਼ਵਾਲ ਮੁਹੱਬਤ ਅਗਰ ਸਾਡੇ ਖੂਨ ਦੇ ਵਿੱਚ ਸ਼ਾਮਿਲ ਨਹੀਂ ਤਾਂ ਸਾਡਾ ਈਮਾਨ ਮੁਕੰਮਲ ਨਹੀਂ ਹੋ ਸਕਦਾ। ਸਾਡੇ ਵਾਲਿदैन, ਸਾਡੀ ਔਲਾਦ, ਸਾਡੀ ਜਾਨ, ਸਭ ਕੁਝ ਰਿਸਾਲਤ ਮੁਆਬ ਸੱਲੱਲਾਹੁ ਅਲੈਹਿ ਵਸੱਲਮ ਦੀ ਨਾਮੂਸ ਤੋਂ ਕੁਰਬਾਨ। ਲੇਕਿਨ ਉਸੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਪਾਕ ਨੇ ਸਾਨੂੰ ਇਹ ਦਰਸ ਵੀ ਦਿੱਤਾ ਹੈ ਕਿ ਅਸੀਂ ਇਨਸਾਨੀਅਤ ਬਲਕਿ ਜਾਨਵਰ ਦੀ ਵੀ ਜਾਨ ਦੀ ਤਹਫ਼ੁਜ਼ ਦੀ ਜ਼ਮਾਨਤ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਦੱਸੀ ਹੈ ਕਿ ਤੁਸੀਂ ਉਹਦਾ ਤਹਫ਼ੁਜ਼ ਕਿਸ ਤਰ੍ਹਾਂ ਕਰਨਾ ਹੈ। ਅਗਰ ਤੁਸੀਂ ਡਸਕੇ ਦਾ ਵਾਕਿਆ ਵੀ ਤੁਹਾਨੂੰ ਯਾਦ ਹੋਵੇਗਾ ਜਿੱਥੇ ਹਾਫਿਜ਼ ਕੁਰਾਨ 2 ਭਾਈ ਸਨ ਔਰ ਉਹ ਵੀ ਇਸੇ ਹੀ ਮਸਲੇ ਦੇ ਨਜ਼ਰ ਹੋ ਗਏ ਔਰ ਉਹਨਾਂ ਵਿਚਾਰਿਆਂ ਦੇ ਨਾਲ ਵੀ ਬੜਾ ਜ਼ੁਲਮ ਕੀਤਾ ਗਿਆ। ਅਗਰ ਮੈਂ ਤਕਰੀਬਨ 30 ਸਾਲ ਪਹਿਲੇ ਗੁਜਰਾਂਵਾਲਾ ਦੀ ਤਾਰੀਖ ਨੂੰ ਵੇਖਣਾ ਤੇ ਇੱਥੇ ਵੀ ਖਿਆਲੀ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਹੀ ਵਕੂਆ ਹੋਇਆ ਸੀ। ਤਾਂ ਬਰਕੇ ਅਗਰ ਇਹਨਾਂ ਵਾਕਿਆਤ ਨੂੰ ਅਸੀਂ ਵੇਖਣਾ ਸ਼ੁਰੂ ਕਰ ਦਈਏ ਤਾਂ ਬੜੀ ਦੂਰ ਜਾਵਾਂਗੇ। अस्सलाम वालेकुम रहमतुल्लाह। वालेकुम सलाम। राज साहब की हाल है? ठीक हो? खैरियत है? सारे मामला तो माशाल्लाह खैरियत नाल ने जी, शुक्र अल्हम्दुलिल्लाह ठीक। राज साहब ਮੈਨੂੰ ਇੱਕ ਤੇ ਆਪਣੇ ਬਾਰੇ ਜ਼ਰਾ ਦੱਸੋ ਥੋੜਾ ਜਿਹਾ ਕਿ ਤੁਸੀਂ ਇਹ ਥੋੜੀ ਉਮਰ ਦੇ ਵਿੱਚ
ਮਾਸ਼ਾਅੱਲਾ ਉਸ ਟੀਮ ਦਾ ਤੁਸੀਂ ਹਿੱਸਾ ਬਣ ਗਏ। ਉਹ ਇੱਕ ਐਸਾ ਕੇਸ ਹੈ ਕਿ ਜਿਹਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਮੁਤਵੱਜੋ ਕਰਵਾਇਆ ਔਰ ਉਹਨੇ ਤਵੱਜੋ ਹਾਸਲ ਕੀਤੀ। ਤੁਸੀਂ ਥੋੜ੍ਹੀ ਉਮਰ ਦੇ ਵਿੱਚ ਉਸ ਕੇਸ ਜਿਹੜਾ 3/12/21 ਦੇ ਵਿੱਚ ਸਿਆਲਕੋਟ ਉਗੋਗੀ ਥਾਣੇ ਦੇ ਵਿੱਚ ਹੋਇਆ ਸੀ, ਤੁਸੀਂ ਉਹਦੇ ਨਾਲ ਕਿਵੇਂ ਜੁੜ ਗਏ? ਸਭ ਤੋਂ ਪਹਿਲਾਂ ਤਾਂ ਮੈਂ ਚੋਈ ਸਾਹਿਬ ਤੁਹਾਡਾ ਸ਼ੁਕਰੀਆ ਅਦਾ ਕਰਨਾ, FM ਨਿਊਜ਼ ਦਾ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਮੈਨੂੰ ਇਸ ਕਾਬਲ ਸਮਝਿਆ, ਬੁਲਾਇਆ ਔਰ ਮੇਰਾ ਜਿਹੜਾ ਵੇ ਮੇਰੇ ਕੋਲ ਆਪਣੇ ਜਿਹੜੇ ਖਿਆਲਾਤ ਨੇ ਉਹਦੇ ਬਾਰੇ 'ਚ ਅੱਜ ਕੇਸ ਹੈ ਉਹਦੇ ਬਾਰੇ 'ਚ ਮੇਰੇ ਕੋਲ ਪੁੱਛਿਆ। ਚੋਈ ਸਾਹਿਬ ਮੈਂ ਬੇਸਿਕਲੀ ਗੁਜਰਾਲੇ ਦਾ ਲਾਅ ਵੀ ਗੁਜਰਾਲੇ 'ਚ ਕੀਤਾ, ਜਨਾਲਾ ਕਾਲਜ ਤੋਂ। ਉਸ ਤੋਂ ਬਾਅਦ 2013 ਤੋਂ 2016 ਦਾ ਸਰ ਸਾਡਾ ਬੈਚ ਸੀ। ਉਸ ਤੋਂ ਬਾਅਦ 2017 ਤੋਂ 2019 ਸਰ 'ਚ ਮੈਂ LLM ਕੀਤਾ ਦੀ ਲਾਹੌਰ ਯੂਨੀਵਰਸਿਟੀ ਕੀਤਾ। ਉਸ ਤੋਂ ਬਾਅਦ ਸਰ ਇੱਕ ਅੱਲਾਹ ਤਾਲਾ ਦੀ ਅਤਾ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਨੇ ਐਡੀ ਕਮ ਉਮਰੀ 'ਚ ਮੈਨੂੰ ਐਡੇ ਵੱਡੇ ਮੁਕੱਦਮੇ ਦੇ ਅੰਦਰ ਜਿਹੜਾ ਵੇ ਉਹ ਕੰਮ ਕਰਨ ਦਾ ਮੌਕਾ ਮਿਲਿਆ ਔਰ ਇਸ ਮੁਕੱਦਮੇ 'ਚ ਮੈਂ ਇੱਕ ਟੀਮ ਦੇ ਨਾਲ ਚੱਲਿਆ ਔਰ ਇਸ ਮੁਕੱਦਮੇ 'ਚ ਜਿੰਨੇ ਲਾਅ ਦੇ ਮੁਤਾਬਕ ਅਸੀਂ ਕੰਮ ਕੀਤਾ, ਲਾਅ ਦੇ ਮੁਤਾਬਕ ਮੁਲਜ਼ਮਾਨ ਨੂੰ ਪਨਿਸ਼ਮੈਂਟ ਮਿਲੀ, ਕਾਨੂੰਨ ਦੇ ਮੁਤਾਬਕ ਲਾਅ ਦੇ ਮੁਤਾਬਕ ਜਿਹੜਾ ਵੇ ਮੁਲਜ਼ਮਾਨ ਨੂੰ ਪਨਿਸ਼ਮੈਂਟ ਜਿਹੜੀਆਂ ਨੇ ਮਿਲੀਆਂ। ਔਰ ਇਹਦੇ ਵਿੱਚ ਇੱਕ ਮੁਲਜ਼ਮ ਸਰ ਜਿਹੜਾ ਵੇ ਅਕਵਿਟਲ ਵੀ ਹੋਇਆ, ਬਰੀ ਵੀ ਹੋਇਆ। ਅੱਲਾਹ ਤਾਲਾ ਦੀ ਜ਼ਾਤ। ਅੱਛਾ, ਟੋਟਲ ਕਿੰਨੇ ਇਹਦੇ ਵਿੱਚ ਮੁਲਜ਼ਮਾਨ ਸਨ ਜਿਨ੍ਹਾਂ ਨੂੰ ਜੁਡੀਸ਼ੀਅਲ ਕੀਤਾ ਗਿਆ ਜਾਂ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਤੇ ਸਾਬਤ ਹੋਇਆ ਕਿ ਵਾਕਈ ਇਹ ਜ਼ਾਹਿਰ ਹੈ ਜਦੋਂ ਫੜੇ ਗਏ ਸਨ ਉਦੋਂ ਤੇ ਮੇਰਾ ਖਿਆਲ ਕੋਈ 500-550 ਬੰਦਾ ਸੀ ਜਿਹੜਾ ਅਰੈਸਟ ਕੀਤਾ ਗਿਆ ਸੀ ਜਾਂ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਦੇ ਵਿੱਚ ਸਰ ਜਿਹੜੇ IO ਸਾਹਿਬ ਸਨ, ਇਨਵੈਸਟੀਗੇਸ਼ਨ ਅਫਸਰ ਜਿਹਨੂੰ ਅਸੀਂ ਜਾਣਦੇ ਹਾਂ, ਜਿਹੜਾ ਤਫਤੀਸ਼ ਕਰਦਾ ਚੌਧਰੀ ਤਾਰਕ ਮਹਿਮੂਦ ਢੁੱਡੀ ਸਾਹਿਬ ਜਨਾਬ, ਠੀਕ ਹੈ, ਉਹਨਾਂ ਨੇ ਐਡਾ ਮੈਰਿਟ ਤੇ ਵਿਦਿਨ 2 ਮੰਥਸ ਦੇ ਅੰਦਰ ਕੰਮ ਕੀਤਾ ਵੇ। ਠੀਕ ਹੈ ਕਿ ਅਗਰ ਤੁਸੀਂ ਜਨਾਬ ਉਹ ਵੀਡੀਓ ਮੁਲਾਜ਼ਾ ਫਰਮਾ ਲਵੋ ਜਿਹੜੀਆਂ YouTube ਤੇ ਜਾਂ ਨਿਊਜ਼ ਦੇ ਉੱਤੇ ਚੱਲੀਆਂ ਨੇ, ਉਹਦੇ ਵਿੱਚ ਸਰ ਜਿਹੜੇ ਮੁਲਜ਼ਮਾਨ ਸਨ ਉਹ ਜਿਹੜੇ ਨੇ 500-700 ਤੋਂ ਵੀ ਸਰ ਤਜਾਵਜ਼ ਕਰਦੇ ਸਨ। ਲੇਕਿਨ ਉਹਨਾਂ ਜਿਹੜੇ 80 ਮੁਲਜ਼ਮਾਨ ਨੇ ਸਰ 80 ਮੁਲਜ਼ਮਾਨ ਨੂੰ ਇਹਦੇ ਵਿੱਚ ਚਲਾਨ ਕੀਤਾ ਜਿਹੜੇ ਜੁਡੀਸ਼ੀਅਲ ਹੋਏ ਨੇ। ਇਹਦੇ ਵਿੱਚ ਸਰ 79 ਮੁਲਜ਼ਮਾਨ ਨੇ ਜਿਨ੍ਹਾਂ ਨੂੰ ਸਜ਼ਾ ਮਿਲੀ ਹੈ। 79 ਮੁਲਜ਼ਮ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਤੇ ਇੱਕ ਮੁਲਜ਼ਮ ਜਿਹੜਾ ਉਹ ਅਕਵਿਟਲ ਹੋਇਆ ਜਨਾਬ, ਬਰੀ ਹੋਇਆ ਜਿਹੜਾ ਬਰੀ ਹੋਇਆ, ਠੀਕ ਹੋਇਆ। ਅੱਛਾ, ਉਹਦੇ ਬਰੀ ਹੋਣ ਦੀ ਕੀ ਵਜ੍ਹਾ ਹੈ? ਜਦੋਂ ਤੁਸੀਂ 79 ਬੰਦਿਆਂ ਨੂੰ ਉਹਨਾਂ ਨੂੰ ਸਜ਼ਾ ਦੇ ਦਿੱਤੀ ਗਈ ਔਰ ਇਹ ਗੱਲ ਆਖਦੇ ਹੋ ਕਿ ਜਿਹੜੀ IO ਸਾਹਿਬ ਸਨ, ਜਿਹੜੇ ਇਨਵੈਸਟੀਗੇਸ਼ਨ ਆਫੀਸਰ ਸਨ ਤੁਹਾਡੇ, ਉਹਨਾਂ ਇੰਨੇ ਖੂਬਸੂਰਤ ਔਰ ਇੰਨੇ ਬਿਹਤਰੀਨ ਖਤੂਤ ਤੇ ਉਹਨਾਂ ਇਨਵੈਸਟੀਗੇਸ਼ਨ ਕੀਤੀ ਤੇ ਜਿਹੜੇ 79 ਸਨ ਉਹਨਾਂ ਨੂੰ ਸਜ਼ਾ ਹੋ ਗਈ ਤੇ ਇੱਕ ਬੰਦੇ ਦੇ ਬਚਣ ਦੀ ਕੀ ਵਜ੍ਹਾ ਸੀ? ਸਰ ਇਹਦੇ ਵਿੱਚ ਕੋਈ ਵੀ ਐਸਾ ਮੁਲਜ਼ਮ ਐਸਾ ਨਹੀਂ ਸੀ ਜਿਹੜਾ ਕਿ ਕੋਈ ਬੇਗੁਨਾਹ ਚਲਾਨ ਹੋਇਆ ਹੋਏ। ਉਹਦੇ ਵਿੱਚ ਸਰ ਉਹ ਮੁਲਜ਼ਮ ਪਹਿਲਾਂ ਇੱਕ ਮੁਕੱਦਮੇ ਦੇ ਵਿੱਚ ਉਹਦਾ DNA ਸਰ ਜਿਹੜਾ ਫੋਰੈਂਸਿਕ ਲੈਬ ਲਾਹੌਰ 'ਚ ਸਰ ਪਿਆ ਸੀ, ਉਹ DNA ਸਰ ਮਾਸਕ ਉੱਥੇ ਜਿਹੜਾ ਵੀ ਮੈਚ ਕੀਤਾ। ਜਦੋਂ IO ਸਾਹਿਬ ਨੇ ਆਪਣੀ ਤਫਤੀਸ਼ ਕੀਤੀ ਉਹਦੇ ਵਿੱਚ ਸਰ ਉਹ ਮੁਲਜ਼ਮ ਚਲਾਨ ਹੋਇਆ, ਲੇਕਿਨ ਡਿਊਰਿੰਗ ਦੀ ਟਰਾਇਲ ਉਹਦੇ ਜਿਹੜੇ ਸ਼ਵਾਹਦ ਠੋਸ ਸਨ ਤੇ ਉਸ ਸ਼ਵਾਹਦ ਦੇ ਉੱਤੇ ਉਹ ਬਰੀ ਹੋਇਆ ਮੁਲਜ਼ਮ ਸਰ। ਬਹੁਤ ਅੱਛੇ। ਅੱਛਾ, ਇੱਥੋਂ ਇੱਕ ਤੇ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੋਈ ਹੈ ਕਿ ਜਿਸ ਤਰ੍ਹਾਂ ਸਾਡੇ ਮੁਆਸ਼ਰੇ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਗੱਲ ਪਾਈ ਜਾਂਦੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੰਦੇ ਜਿਹੜੇ ਨਾ ਉਹ ਉਹਨਾਂ ਤੇ ਪਰਚੇ ਦੇ ਵਿੱਚ ਸ਼ਾਮਲ ਕਰਵਾ ਦੇਣੇ ਹੁੰਦੇ ਆ। ਇੱਕ ਤੇ ਇਹਦੇ ਨਾਲ ਸਾਡਾ ਆਪਣਾ ਕੇਸ ਖਰਾਬ ਹੁੰਦਾ ਹੈ ਔਰ ਦੂਸਰਾ ਚਾਹੁੰਦਿਆਂ ਨਾ ਚਾਹੁੰਦਿਆਂ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਤਫਤੀਸ਼ੀ ਹੁੰਦਾ ਹੈ, ਜਿਹੜੇ IO ਸਾਹਿਬ ਹੁੰਦੇ ਨੇ, ਉਹਨਾਂ ਦੀ ਮੌਜ ਹੋ ਜਾਂਦੀ ਹੁੰਦੀ ਹੈ। ਕਿੱਥੋਂ ਤੱਕ ਮਤਲਬ ਇਹਦੀ ਕਿੱਥੋਂ ਤੱਕ ਹਕੀਕਤ ਹੈ? ਪਾਕਿਸਤਾਨ ਦਾ ਸਰ ਵਾਹਦ ਮੁਕੱਦਮਾ ਹੈ ਜਿਹੜਾ ਸਾਬਕਾ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਸਰ ਖੁਦ ਵਜ਼ੀਰ ਆਲਾ ਪੰਜਾਬ ਉਸਮਾਨ ਬੁਜ਼ਦਾਰ ਸਾਹਿਬ, ਸਾਡੇ IG ਸਾਹਿਬ, RPO ਇਮਰਾਨ ਅਹਿਮਦ ਸਾਹਿਬ, ਗੁਜਰਾਂਵਾਲੇ ਦੇ CPO ਸਾਹਿਬ, DPO ਸਾਹਿਬ ਸਿਆਲਕੋਟ ਦੇ, ਸਾਰੇ ਨੂੰ ਲੁੱਕ ਆਫਟਰ ਕਰ ਰਹੇ ਸਨ। ਡੇ ਟੂ ਡੇ ਸਰ ਰਿਪੋਰਟ ਜਾ ਰਹੀ ਸੀ ਉੱਤੇ ਰੋਜ਼ਾਨਾ ਦੀ ਬੇਸ ਤੇ ਰੋਜ਼ ਜੀ ਜੋ IO ਸਾਹਿਬ ਕਰ ਰਹੇ ਸਨ, ਜੋ ਤਫਤੀਸ਼ੀ ਤਾਰਕ ਚੌਧਰੀ ਤਾਰਕ ਮਹਿਮੂਦ ਢੁੱਡੀ ਸਾਹਿਬ ਦੀ ਟੀਮ ਕਰ ਰਹੀ ਸੀ, ਔਰ ਸਰ ਡੇ ਟੂ ਡੇ ਰੋਜ਼ ਦੀ ਸਰ ਰਿਪੋਰਟ ਜਾਂਦੀ ਸੀ ਉੱਤੇ ਔਰ ਰੋਜ਼ ਦੀ ਸਰ ਰਿਪੋਰਟ ਦੀ ਬਾਬਤ ਇਹਦੀ ਫਾਈਂਡਿੰਗ ਹੁੰਦੀ ਸੀ। ਬਹੁਤ ਅੱਛਾ। ਤੇ ਸਾਰੇ ਦੇ ਵਿੱਚ ਏਜੰਸੀਆਂ ਇਨਵਾਲਵ ਸਨ ਇੰਟਰਨੈਸ਼ਨਲ। ਇਹ ਮੁਕੱਦਮੇ ਦੇ ਫੈਸਲੇ ਤੋਂ ਬਾਅਦ ਤਫਤੀਸ਼ ਸਰ ਅਕਵਾਮ ਮੁਤਹਿਦਾ ਤੱਕ, ਇੰਟਰਨੈਸ਼ਨਲ, ਸ੍ਰੀਲੰਕਨ ਪਾਰਲੀਮੈਂਟ ਦੇ ਅੰਦਰ ਵੀ ਸਾਰਾ ਤਫਤੀਸ਼ ਡਿਸਕਸ ਹੋਈ ਹੈ। ਕਿਸੇ ਬੰਦੇ ਨੇ ਤਫਤੀਸ਼ੀ ਅਫਸਰ ਦੇ ਚੌਧਰੀ ਤਾਰਕ ਮਹਿਮੂਦ ਢੁੱਡੀ ਸਾਹਿਬ ਦੀ ਤਫਤੀਸ਼ ਦੇ ਉੱਤੇ ਅੱਜ ਤੱਕ ਕੋਈ ਸਵਾਲ ਰੇਜ਼ ਨਹੀਂ ਕੀਤਾ ਹੈਗਾ। ਬਹੁਤ ਅੱਛਾ ਕਿ ਫਲਾਣਾ ਬੰਦਾ ਇੰਨਾ ਬੇਗੁਨਾਹ ਜਿਹੜਾ ਵੇ ਉਹ ਚਲਾਨ ਕੀਤਾ ਵੇ ਤੇ ਫਲਾਣਾ ਗੁਨਾਹਗਾਰ ਇੰਨਾ ਛੱਡਿਆ ਵੇ। ਕਮਾਲ ਹੋ ਗਿਆ। ਇੱਥੋਂ ਮਾਸ਼ਾਅੱਲਾ ਤੁਹਾਡੀ ਗੱਲ ਸੁਣ ਕੇ ਮੈਨੂੰ ਸੱਚੀ ਗੱਲ ਹੈ, ਜਿਵੇਂ ਆਂਦੇ ਨੇ ਕਹਾਵਤ ਹੈ ਕਿ ਠੰਡਾ ਝੋਂਕਾ ਜਿਹਨੂੰ ਆਨੇ ਅਸੀਂ, ਠੰਡੀ ਹਵਾ ਦੀ ਇੱਕ ਲਹਿਰ ਜਿਸ ਸਮੇਂ ਚਾਹੀਏ ਕਿ ਵਾਕਈ ਐਸੇ ਜਿਹੜੇ ਪੁਲਿਸ ਅਫਸਰਾਨ ਸਾਡੇ ਮਹਿਕਮੇ ਦੇ ਵਿੱਚ ਮੌਜੂਦ ਨੇ ਕਿ ਉਹ ਏਡੇ ਵੱਡੇ ਮੁਕੱਦਮੇ ਦੀ ਜੋ ਤਫਤੀਸ਼ ਕਰਦੇ ਨੇ ਤੇ ਕੋਈ ਇੱਕ ਬੰਦਾ ਉਂਗਲੀ ਨਹੀਂ ਉਠਾਉਂਦਾ
ਹਾਲਾਂਕਿ ਹੁੰਦਾ ਇਸ ਤਰ੍ਹਾਂ ਵੇ ਕਿ ਜਿਹੜੇ ਮੁਦਈ ਹੁੰਦੇ ਨੇ, ਜਿਹੜੇ ਮੁਲਜ਼ਮਾਨ ਹੁੰਦੇ ਨੇ ਬਿਲਖਸੂਸ, ਉਹ ਤੇ ਇਹ ਗੱਲ ਆਉਂਦੇ ਨੇ ਜੀ ਸਾਨੂੰ ਤੇ ਬੇਗੁਨਾਹ ਹੀ ਇਹਨਾਂ ਫਸਾਇਆ, ਮੈਂ ਤੇ ਮੌਕੇ ਤੇ ਨਹੀਂ ਸਾਂ, ਜਾਂ ਮੈਂ ਤੇ ਮੇਰਾ ਤਾਂ ਕਸੂਰ ਹੀ ਨਹੀਂ। ਲੇਕਿਨ ਮੈਨੂੰ ਇਸ ਗੱਲ ਸੁਣ ਕੇ ਐਡਵੋਕੇਟ ਸਾਹਿਬ ਬੜੀ ਖੁਸ਼ੀ ਹੋਈ ਹੈ ਕਿ ਆਈਓ ਸਾਹਿਬ ਤੇ ਜਾਂ ਤਫਤੀਸ਼ੀ ਅਫਸਰ ਤੇ ਸਾਰੀਆਂ ਪਾਰਟੀਆਂ ਬਸ਼ਮੂਲ ਮੁਦਈ ਔਰ ਮੁਲਜ਼ਮਾਨ ਦਾ ਮੁਤਮਿਨ ਹੋਣਾ ਇਹ ਬੜੀ ਗੱਲ ਹੈ। ਸਰ ਇਹਦੇ ਵਿੱਚ ਜਿਹੜੇ ਆਈਓ ਸਾਹਿਬ ਨੂੰ ਵਜ਼ੀਰ ਆਜ਼ਮ ਸਾਹਿਬ ਨੇ ਖੁਦ ਅਵਾਰਡ ਦਿੱਤਾ ਹੈ, IG ਸਾਹਿਬ ਨੇ ਅਵਾਰਡ ਦਿੱਤਾ ਵੇ ਸਿਰਫ ਉਹਨਾਂ ਦੀ ਤਫਤੀਸ਼ ਦੇ ਉੱਤੇ। ਬਹੁਤ ਅੱਛੇ। ਇਹ ਚੀਜ਼ ਸਰ ਮੇ ਵੀ ਪੂਰੇ ਪੰਜਾਬ ਦੇ ਅੰਦਰ ਕੋਈ 1000 ਇੰਸਪੈਕਟਰ ਹੋਣਗੇ, 1000 ਤੋਂ ਜ਼ਿਆਦਾ DSP ਹੋਣਗੇ, ਲੇਕਿਨ ਵਾਹਦ ਕ੍ਰੈਡਿਟ ਉਹਨਾਂ ਨੂੰ ਹਾਸਲ ਹੈ ਕਿ ਉਹਨਾਂ ਐਡੇ ਵੱਡੇ ਮੁਕੱਦਮੇ ਦੇ ਅੰਦਰ ਤਫਤੀਸ਼ ਕੀਤੀ ਹੈ ਔਰ 2 ਮੰਥ ਦੇ ਅੰਦਰ ਸਰ ਇਹ ਮੁਕੱਦਮੇ ਨੂੰ ਉਹਨਾਂ ਕੰਪਲੀਟ ਕੀਤਾ ਹੈ। ਬਹੁਤ ਅੱਛੇ, ਬਹੁਤ ਅੱਛਾ। ਇੱਥੇ ਤੇ ਐਡਵੋਕੇਟ ਸਾਹਿਬ ਇਸ ਤਰ੍ਹਾਂ ਹੁੰਦਾ ਹੈ ਕਿ ਮੁਕੱਦਮਾ ਹੋ ਜਾਂਦਾ ਹੈ, XYZ ਕੋਈ ਵੀ ਕੇਸ ਹੋ ਗਿਆ, ਕੋਈ ਬੰਦਾ ਕੋਈ ਵੀ ਜੁਰਮ ਕਰਦਾ ਹੈ ਤੇ ਉਹ ਜਨਾਬ ਜੁਡੀਸ਼ੀਅਲ ਹੁੰਦਾ ਹੈ, ਉਸ ਤੋਂ ਬਾਅਦ ਮੁਕੱਦਮੇ ਇਹ ਤੁਸੀਂ 2 ਮਹੀਨੇ ਵਿੱਚ ਟਰਾਇਲ ਕੰਪਲੀਟ ਕੀਤਾ। ਇੱਥੇ ਤੇ 2 ਨਸਲਾਂ ਮੈਂ ਵੇਖਿਆ, 3 ਨਸਲਾਂ ਗੁਜ਼ਰ ਜਾਂਦੀਆਂ ਨੇ ਤੇ ਉਹ ਇਹਦੇ 'ਚ ਲੇਕਿਨ ਫੈਸਲਾ ਨਹੀਂ ਹੁੰਦਾ। ਅੱਛਾ ਮੈਨੂੰ ਇਹ ਤੁਸੀਂ ਦੱਸੋ ਕਿ ਇਹਦੇ ਵਿੱਚ ਜਿਹੜੇ 79 ਲੋਕ ਜਾਂ 79 ਬੰਦੇ ਜਿਨ੍ਹਾਂ ਦਾ ਜਿਹੜਾ ਨਾ ਉਹ ਚਲਾਨ ਹੋਇਆ, ਇਹਨਾਂ ਦੀ ਕੈਟਾਗਰੀ ਵੀ ਸਨ ਕੋਈ ਉਹਨਾਂ ਦੇ ਮਤਲਬ ਕਿ ਸਜ਼ਾ ਦੇ ਹਵਾਲੇ ਦੇ ਨਾਲ ਜਾਂ ਜੁਰਮ ਦੇ ਹਵਾਲੇ ਦੇ ਨਾਲ? ਜ਼ਰਾ ਇਹਨੂੰ ਥੋੜਾ ਜਿਹਾ ਕਲੀਅਰ ਕਰੋ। ਇਹਦੇ ਵਿੱਚ ਸਰ ਜਿਹੜੇ 5 ਕੈਟਾਗਰੀਆਂ ਬਣਾਈਆਂ ਗਈਆਂ ਨੇ ਮੁਲਜ਼ਮਾਨ ਦੀ। ਠੀਕ ਹੋ ਗਿਆ। ਇੱਕ ਸਰ ਕੈਟਾਗਰੀ 'ਚ ਮੁਲਜ਼ਮ ਸੀ ਅਬਦੁਲ ਸਬੂਰ ਭੱਟ, ਜਿਹਨੇ ਸਾਰਾ ਪੰਫਲੇਟ ਜਿਹੜੇ ਨੇ ਲੋਕਾਂ ਨੂੰ ਇਨਸਟੀਗੇਟ ਕੀਤਾ, ਪੰਫਲੇਟ ਦਿਖਾਏ ਨੇ। ਕੀ ਕੀਤਾ? ਇਨਸਟੀਗੇਟ ਕੀਤਾ ਲੋਕਾਂ ਨੂੰ, ਪੰਫਲੇਟ ਸ਼ਹਿ ਦਿੱਤੀ ਲੋਕਾਂ ਨੂੰ, ਸ਼ਹਿ ਦਿੱਤੀ ਜਾਂ ਲੋਕਾਂ ਨੂੰ ਕਿਹਾ ਕਿ ਵੇਖੋ ਜੀ, ਜਾਂ ਵਰਗਲਾਇਆ ਲੋਕਾਂ ਨੂੰ ਜਾਂ ਇਸ਼ਤਿਆਲ ਜੀ ਬਿਲਕੁਲ ਦਿਲਾਣਾ ਜਿਹਨੂੰ ਆਖਦੇ ਆ। ਸਰ ਫਸਟ ਐਪੀਸੋਡ 'ਚ ਅਸੀਂ ਇੱਕੋ ਮੁਲਜ਼ਮ ਰੱਖਿਆ ਸੀ। ਠੀਕ ਹੈ, ਅਬਦੁਲ ਸਬੂਰ। ਸਰ ਜਿਹੜੀ ਸੈਕੰਡ ਐਪੀਸੋਡ ਅਸੀਂ ਬਣਾਏ ਸੀ, ਸੈਕੰਡ ਐਪੀਸੋਡ ਇੱਕ ਕੈਟਾਗਰੀ ਦੇ ਵਿੱਚ ਅਸੀਂ ਉਹ ਮੁਲਜ਼ਮ ਰੱਖੇ ਸਨ ਜਿਨ੍ਹਾਂ ਨੇ ਪ੍ਰਿਯੰਤਾ ਕੁਮਾਰ ਨੂੰ ਬਿਫੋਰ ਦੀ ਡੈਥ, ਉਹਦੇ ਮਰਨ ਤੋਂ ਪਹਿਲਾਂ ਜਿਹਦਾ ਰੋਲ ਸੀ, ਜਿੰਨੀ ਤੱਕ ਮਰਿਆ ਨਹੀਂ ਉਹਨਾਂ ਦੀ ਜਾਨ ਨਹੀਂ ਛੱਡੀ। ਠੀਕ ਹੋ ਗਿਆ। ਮਤਲਬ 2 ਮੁਲਜ਼ਮਾਂ ਨੇ ਉਹਨੂੰ ਕੈਂਚੀਆਂ ਮਾਰੀਆਂ ਨੇ। ਠੀਕ ਹੈ। 2-3 ਮੁਲਜ਼ਮਾਂ ਨੇ ਐਸੇ ਨੇ ਜਿਨ੍ਹਾਂ ਨੇ ਸਿਰ ਤੇ ਪੱਥਰ ਮਾਰਿਆ ਵੇ। 2-3 ਮੁਲਜ਼ਮ ਐਸੇ ਨੇ ਜਿਨ੍ਹਾਂ ਨੇ ਡੰਡੇ ਸੋਟਿਆਂ ਦੇ ਨਾਲ, ਹਾਕੀਆਂ ਦੇ ਨਾਲ ਉਹਨੂੰ ਮਾਰਿਆ ਵੇ। ਠੀਕ ਹੈ। ਉਹਦਾ ਜਦੋਂ ਮਰਿਆ ਵੇ ਫਿਰ ਉਹ ਸਾਈਡ ਤੇ ਹੋ ਗਏ, ਹੁਣ ਮਰ ਗਿਆ ਵੇ, ਨਾਲੇ ਉਹਨਾਂ ਨਾਅਰੇਬਾਜ਼ੀ ਕੀਤੀ ਹੈ। ਜਿਹੜੀ ਤੀਸਰੀ ਸਰ ਅਸੀਂ ਕੈਟਾਗਰੀ। ਇੱਕ ਮਿੰਟ ਜੀ, ਇੱਥੇ ਮੈਨੂੰ ਤੁਸੀਂ ਇਹ ਦੱਸਣਾ ਹੈ ਕਿ ਕੈਂਚੀ ਦੇ ਨਾਲ ਕਤਲ ਕਰਨਾ ਜਾਂ ਪੱਥਰ ਦੇ ਨਾਲ ਕਤਲ ਕਰਨਾ ਜਾਂ ਫਾਇਰ ਦੇ ਨਾਲ ਕਤਲ ਕਰਨਾ, ਬੰਦੇ ਨੂੰ ਮਾਰਨਾ, ਇਹਦੇ ਬਾਰੇ ਜ਼ਰਾ ਥੋੜੀ ਜਿਹੀ ਰੋਸ਼ਨੀ ਪਾਓ। ਹਾਂ ਅਸਲ 'ਚ ਸਰ ਇਹੋ ਜਿਹੇ ਜਿਹੜੇ ਵਕੂਵੇ ਹੁੰਦੇ ਨੇ ਐਕਸੈਪਸ਼ਨਲ ਕੇਸਿਸ ਹੁੰਦੇ ਨੇ। ਠੀਕ, ਆਮ ਰੂਟੀਨ ਦੇ ਵਕੂਵੇ ਨਹੀਂ ਹੁੰਦੇ। ਇੱਕ ਆਮ ਰੂਟੀਨ ਦੇ ਅੰਦਰ ਦੁਸ਼ਮਣੀ ਦੇ ਅੰਦਰ ਕੋਈ ਬੰਦਾ ਕਰਦਾ, ਉਹਦੀ ਕੈਟਾਗਰੀ ਸਰ ਹੋਰ ਹੁੰਦੀ ਹੈ। ਜਿਹੜਾ ਸਰ ਮੋਬ ਇਨਸੀਡੈਂਟ ਜਿਹੜਾ ਅਚਾਨਕ ਹੁੰਦਾ, ਹਾਂਜੀ, ਜਿਹੜਾ ਮੋਬ ਹੁੰਦਾ ਨਾ, ਜਿਹੜਾ ਹਜੂਮ ਦੇ ਹੱਥੋਂ ਬੰਦਾ ਮਰਦਾ, ਉਹਦੇ ਸਰ ਜਿਹੜਾ ਵੇ ਹਰਕਾਤ ਔਰ ਵਾਕਿਆਤ ਸਰ ਹੋਰ ਹੁੰਦੇ ਨੇ। ਇਹ ਚੂੰਕਿ ਸਰ ਇੱਕ ਮੋਬ ਸੀ ਜਿਹਦੇ ਵਿੱਚ ਫੈਕਟਰੀ 'ਚ 3-4 ਹਜ਼ਾਰ ਬੰਦਾ ਕੰਮ ਕਰ ਰਿਹਾ ਹੈ। ਯਾਨੀ ਇਰਾਦਾ ਤਾਂ ਨਹੀਂ ਸੀ, ਇਹ ਅਚਾਨਕ ਜਿਹੜਾ ਹੈ ਨਾ, ਪ੍ਰੀ ਪਲਾਨ ਨਹੀਂ ਇਹਨੂੰ ਆਖਿਆ ਜਾ ਸਕਦਾ। ਪ੍ਰੀ ਪਲਾਨ ਨਹੀਂ ਸੀ ਸਰ। ਰੂਟੀਨ ਦੇ ਮੁਤਾਬਕ ਫੈਕਟਰੀ ਜਿਹੜੀ ਹੈ ਖੁੱਲੀ ਹੈ, ਰੂਟੀਨ ਦੇ ਮੁਤਾਬਕ ਕੰਮ ਹੋ ਰਿਹਾ ਹੈ, ਰੂਟੀਨ ਦੇ ਮੁਤਾਬਕ ਸਾਰੇ ਕੰਮ ਹੋ ਰਹੇ ਨੇ, ਅਚਾਨਕ ਸਾਰਾ ਇੰਸੀਡੈਂਟ ਹੋਇਆ ਵੇ। ਬਿਲਕੁਲ ਠੀਕ ਹੈ। ਨਾਜ਼ਰੀਨ, ਗੱਲ ਇੰਝ ਹੈ ਕਿ ਸਾਨੂੰ ਹਰ ਮਾਮਲੇ ਦੇ ਵਿੱਚ ਜਜ਼ਬਾਤ ਨਾਲ ਨਹੀਂ, ਸਾਰੇ ਮਾਮਲਾਤ ਨੂੰ ਜਜ਼ਬਾਤ 'ਚ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ, ਬਲਕਿ ਮੈਂ ਸਮਝਦਾ ਕਿ ਸਾਨੂੰ ਹਰ ਮਾਮਲੇ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ, ਉਹਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਔਰ ਵੇਖਣਾ ਚਾਹੀਦਾ ਹੈ ਕਿ ਅਗਰ ਵਾਕਈ ਕੋਈ ਬੰਦਾ ਗਿਲਟੀ ਹੈ ਜਾਂ ਕੋਈ ਕਸੂਰਵਾਰ ਹੈ ਤਾਂ ਉਹਦੇ 'ਚ ਇਹ ਹੋਣਾ ਚਾਹੀਦਾ ਕਿ ਸਾਡਾ ਕਾਨੂੰਨ ਹੈ। ਮੈਂ ਇੱਥੇ ਸਾਰੇ ਉਹ ਲੋਕ ਜਿਹੜੇ 79 ਲੋਕ ਨੇ ਜਾਂ ਜਿਹੜੇ 79 ਲੋਕ ਨੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ, ਯਕੀਨਨ ਉਹਦੇ 'ਚ ਸ਼ਾਦੀशुदा ਲੋਕ ਵੀ ਹੋਣਗੇ, ਨੌਜਵਾਨ ਬੱਚੇ ਵੀ ਹੋਣਗੇ, ਉਹਦੇ 'ਚ ਕਈ ਅਧਖੜ ਉਮਰ ਦੇ ਵੀ ਹੋਣਗੇ। ਤੁਸੀਂ ਅੱਜ ਜਾ ਕੇ ਉਸੇ ਜਜ਼ਬਾਤ ਦੇ ਵਿੱਚ ਆ ਕੇ ਅੱਜ ਤੁਸੀਂ ਉਹਨਾਂ ਕੋਲ ਜਾ ਕੇ ਪੁੱਛੋਗੇ ਜਾਂ ਉਹਨਾਂ ਦੀ ਫੈਮਲੀਆਂ ਕੋਲ ਜਾ ਕੇ ਪੁੱਛੋ, ਉਹਨਾਂ ਦੇ ਖਾਨਦਾਨਾਂ ਕੋਲ ਜਾ ਕੇ ਪੁੱਛੋ, ਉਹਨਾਂ ਦੇ ਵਾਲਦੈਨ ਕੋਲ ਜਾ ਕੇ ਪੁੱਛੋ, ਉਹਨਾਂ ਦੀਆਂ ਭੈਣਾਂ ਕੋਲੋਂ ਜਾ ਕੇ ਪੁੱਛੋ, ਤੇ ਤੁਹਾਨੂੰ ਅੰਦਾਜ਼ਾ ਹੋਵੇਗਾ ਕਿ ਚੰਦ ਘੰਟੇ ਦੀ ਇਹ ਗੇਮ ਸੀ। ਚੰਦ ਘੰਟੇ, ਬਲਕਿ ਵੀ ਮੈਂ ਜ਼ਿਆਦਾ ਘੰਟਿਆਂ ਦਾ ਕਰਨਾ ਪਿਆ। 1 ਘੰਟੇ ਤੋਂ ਵੀ ਕੰਮ ਦਾ ਇਹ ਸਾਰਾ ਇੱਕ ਬੰਦੇ ਨੂੰ ਮਾਰਨ ਤੇ ਇੰਨੇ ਲੋਕ ਸਨ, ਕਿੰਨਾ ਟਾਈਮ ਲੱਗੇਗਾ। ਲੇਕਿਨ ਇਹਦੇ ਨਾਲ ਨਾ ਸਿਰਫ ਅਸੀਂ ਆਪਣੇ ਦੀਨ ਨੂੰ ਨੁਕਸਾਨ ਦਿੱਤਾ, ਬਲਕਿ ਅਸੀਂ ਆਪਣੇ ਵਤਨ ਅਜ਼ੀਜ਼ ਨੂੰ ਬੜਾ ਨੁਕਸਾਨ ਦਿੱਤਾ ਹੈ। ਮੈਂ तमाम ਲੋਕਾਂ ਅੱਗੇ ਰਿਕੁਐਸਟ ਕਰਨਾ ਚਾਹਾਂਗਾ ਕਿ ਐਸੇ ਮਾਮਲਾਤ ਦੇ ਵਿੱਚ ਸਾਡਾ ਕਾਨੂੰਨ ਮੌਜੂਦ ਹੈ। ਅੱਛਾ, ਤੁਸੀਂ ਐਡਵੋਕੇਟ ਸਾਹਿਬ ਇਹ ਦੱਸੋ ਕਿ ਕੋਈ ਬੰਦਾ ਜਦੋਂ ਕੋਈ ਐਸਾ ਤੋਹੀਨੇ ਰਸਾਲਤ ਦਾ ਮੁਰਤਕਿਬ ਹੁੰਦਾ ਹੈ ਜਾਂ ਕੋਈ ਐਸਾ ਤੋਹੀਨੇ ਸੁਹਾਬਾ
ਜਾਂ ਤੋਹੀਨੇ ਕੁਰਾਨ ਪਾਕ ਜਾਂ ਕੋਈ, ਇਹ ਬੜਾ ਆਸਾਨ ਹੈ ਨਾ ਜੀ। ਉਸ ਬੰਦੇ ਨੇ ਇੱਥੇ ਸਾਡਾ ਜੋ ਚੱਲਦਾ ਪਿਆ ਬੜਾ ਆਸਾਨ ਹੈ ਜੀ, ਉਸ ਬੰਦੇ ਨੇ ਕੁਰਾਨ ਪਾਕ ਦੇ ਉਰਾਕ ਜਲਾ ਦਿੱਤੇ। ਸਾਡਾ ਇਸ ਗੱਲ ਤੇ ਬੜਾ ਅਸੀਂ ਇਸ਼ਤਿਹਾਲ 'ਚ ਆ ਜਾਂਦੇ ਹਾਂ ਕਿ ਉਹਨੇ ਕੁਰਾਨ ਪਾਕ ਦੇ ਆਇਆ। ਅਸਾਂ ਕਦੀ ਪੜ੍ਹਿਆ ਵੀ ਹੈ ਇਸ ਨੂੰ? ਜ਼ਰਾ ਇਸ ਦੇ ਬਾਰੇ ਮੈਨੂੰ। ਸਰ ਜਿਹੜਾ ਐਡਾ ਵੱਡਾ ਇੰਸੀਡੈਂਟ ਹੋਇਆ, ਉਸ ਤੋਂ ਬਾਅਦ ਸਾਰੇ ਇੰਸੀਡੈਂਟ ਹੋਏ ਨੇ। ਉਸ ਤੋਂ ਪਹਿਲਾਂ ਵੀ ਸਰ ਬੜੇ ਜਿਹੇ ਵਕੂਵੇ ਵਾਕਿਆ ਹੋਏ ਨੇ ਐਸੇ, ਜਿਹਦੇ ਵਿੱਚ ਬੜੇ ਜਿਹੇ ਬੇਗੁਨਾਹ ਲੋਕ, ਜਿਸ ਤਰ੍ਹਾਂ ਸਰ ਤੁਸੀਂ ਪਹਿਲਾਂ ਇੱਕ ਜ਼ਿਕਰ ਕੀਤਾ ਕਿ 2 ਸਗੇ ਭਾਈ ਸਨ ਸਿਆਲਕੋਟ ਵਕੂਵੇ ਦੇ ਅੰਦਰ, ਉਹਨਾਂ ਨੂੰ ਮਾਰ ਕੇ ਤੇ ਲਾਸ਼ਾਂ ਰਮਜ਼ਾਨ ਦੇ ਵਿੱਚ ਸਰ ਲਾਸ਼ਾਂ ਉਹਨਾਂ ਦੇ ਰੋਜ਼ੇ ਦੇ ਨਾਲ ਉਹਨਾਂ ਟੰਗ ਦਿੱਤੀਆਂ ਗਈਆਂ। ਸਰ ਇਹਦੇ ਵਿੱਚ ਬੇਸਿਕਲੀ ਕਾਨੂੰਨ ਸਾਡਾ ਮੌਜੂਦ ਹੈ, ਪਾਕਿਸਤਾਨ ਤਾਜ਼ੀਰਾਤੇ ਪਾਕਿਸਤਾਨ ਦੇ ਅੰਦਰ PPC, ਉਹਦੇ ਵਿੱਚ ਸਰ ਅਗਰ ਕੋਈ ਬੰਦਾ ਤੋਹੀਨੇ ਰਸਾਲਤ ਕਰਦਾ ਹੈ, ਤੋਹੀਨੇ ਸਹਾਬਾ ਕਰਦਾ ਹੈ, ਤੋਹੀਨੇ ਕੁਰਾਨ ਪਾਕ ਕਰਦਾ ਹੈ, ਦਰਬਾਰ ਦੀ ਕਿਸੇ ਕਬਰ ਦੀ ਬੇਰੁਮਤੀ ਕਰਦਾ, ਉਹ ਸਰ ਸਾਰੀ ਕੈਟਾਗਰੀ ਹੈ। ਸਰ ਸਾਡੇ ਇੱਥੇ ਦੀਨ ਦੀ ਕਮੀ, ਦੀਨ ਦੇ ਇਲਮ ਦੀ ਕਮੀ ਐਸੀ ਹੈ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੋਹੀਨੇ ਰਸਾਲਤ ਕੀ ਹੈ ਤੇ ਤੋਹੀਨੇ ਕੁਰਾਨ ਕੀ ਹੈ ਤੇ ਤੋਹੀਨੇ ਸਹਾਬਾ ਕੀ ਹੈ ਤੇ ਤੋਹੀਨੇ ਮਸਜਿਦ ਕੀ ਹੈ। ਬਿਲਕੁਲ ਠੀਕ ਸਰ ਜਿਹੜਾ ਐਡਾ ਵੱਡਾ ਸਰ ਵਕੂਆ ਹੋਇਆ ਵੇ, ਇਹਦੇ ਵਿੱਚ ਇਹ ਵਕੂਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਰ ਡਿਸਕਸ ਕੀਤਾ ਗਿਆ ਵੇ। ਠੀਕ ਹੈ, ਪੂਰੀ ਪਾਕਿਸਤਾਨੀ ਜਿਹੜੀ ਸਟੇਟ ਹੈ, ਪਾਕਿਸਤਾਨੀ ਏਜੰਸੀਆਂ, ਪਾਕਿਸਤਾਨੀ ਇਸਟੈਬਲਿਸ਼ਮੈਂਟ ਸਟੇਟ, ਸਰ ਉਹਦੀ ਨਜ਼ਰ 25 ਕਰੋੜ ਆਵਾਮ ਦੀ ਨਜ਼ਰ ਸਰ ਵਕੂਵੇ ਦੇ ਉੱਤੇ ਸੀ, ਇਹਦੇ ਫੈਸਲੇ ਦੇ ਉੱਤੇ ਸੀ। ਔਰ ਸਰ ਐਡਾ ਹੀਨੀਅਸ ਮੈਟਰ ਸੀ ਕਿ ਇਹਦਾ ਜੇਲ੍ਹ ਟ੍ਰਾਇਲ ਕੀਤਾ ਗਿਆ ਵੇ। ਬਿਲਕੁਲ ਠੀਕ, ਮਤਲਬ ਕਿ ਟ੍ਰਾਇਲ ਇਹਦਾ ਜੇਲ੍ਹ ਦੇ ਵਿੱਚ ਕਰਨ ਦਾ ਮਕਸਦ ਸਿਰਫ ਇਹ ਸੀ ਕਿ ਕਿਤੇ ਮਜ਼ੀਦ ਕੋਈ ਫਸਾਦ ਨਾ ਹੋ ਜਾਏ, ਕੋਈ ਲੜਾਈ ਨਾ ਹੋ ਜਾਏ। ਅੱਛਾ, ਇਹਦੇ ਨਾਲ ਤੁਸੀਂ ਇਹ ਮੈਨੂੰ ਦੱਸੋ, ਮੈਂ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ ਵੀ, ਇੱਕ ਤੇ ਨਾਜ਼ਰੀਨ ਵੀ ਵੇਖਦੇ ਸੁਣਦੇ ਨੇ ਪਏ, ਕਿ ਆਇਆ ਸਾਡਾ ਐਜ਼ ਏ ਕੌਮ, ਐਜ਼ ਏ ਮੁਸਲਮਾਨ ਔਰ ਐਜ਼ ਏ ਪਾਕਿਸਤਾਨੀ, ਕਿੱਥੇ ਅਸੀਂ ਖੜੇ ਹਾਂ? ਅਸੀਂ ਸਰ ਅਗਰ ਸਾਡੇ ਇਹੀ ਸੂਰਤ ਹਾਲ ਰਹੀ, ਅਸੀਂ ਲੋਕ ਸਮਝਦੇ ਰਹੇ ਕਿ ਅਸੀਂ ਸਾਰੇ ਦੀਨ ਦੇ ਠੇਕੇਦਾਰ ਹਾਂ, ਅਸੀਂ ਜੰਨਤ 'ਚ ਜਾਣਾ, ਤੇ ਸਰ ਵਕੂਇਆਂ ਦੀ ਰੋਕਥਾਮ ਨਹੀਂ ਹੋ ਸਕਦੀ। ਬਹੁਤ ਅੱਛੇ, ਇਹਦਾ ਮਤਲਬ ਇਹ ਹੋਇਆ ਕਿ ਬਸ਼ਮੂਲ ਮੇਰੇ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਹੋਵੇਗਾ ਕਿਤਨੀ ਜਗ ਹਸਾਈ ਹੋਈ ਸਾਡੀ ਪੂਰੀ ਦੁਨੀਆ ਦੇ ਵਿੱਚ, ਲੋਕਾਂ ਨੇ ਸਾਡੇ ਤੇ ਉਂਗਲਾਂ ਉਠਾਈਆਂ ਔਰ ਪੂਰੀ ਦੁਨੀਆ। ਔਰ ਅੱਛਾ, ਅੱਗੇ ਹੀ ਤੁਸੀਂ ਨਾਜ਼ਰੀਨ ਵੇਖਦੇ ਹੋਵੋਗੇ, ਤੁਸੀਂ ਰੋਜ਼ ਖਬਰਾਂ 'ਚ ਪੜ੍ਹਦੇ ਹੋ ਪਏ ਕਿ ਸਾਡੇ ਬਿਲਕੁਲ ਗੁਆਂਢ ਸਾਡਾ ਦੁਸ਼ਮਣ ਬੈਠਾ ਹੈ, ਜਿਹਨੇ ਪਹਿਲੇ ਦਿਨ ਤੋਂ ਲਾ ਕੇ 75 ਸਾਲਾਂ ਦੇ ਵਿੱਚ ਇੱਕ ਦਿਨ ਵੀ ਸਾਨੂੰ ਉਹਨੇ ਕਬੂਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਲਿਹਾਜ਼ਾ ਸਾਡੇ ਤੇ ਆਮ ਲੋਕਾਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਆਪਣੇ ਦੀਨੀ ਮਾਮਲਾ ਦੇ ਵਿੱਚ, ਦੁਨਿਆਵੀ ਮਾਮਲਾ ਦੇ ਵਿੱਚ ਔਰ ਬਿਲਖਸੂਸ ਰਸਾਲਤ ਮੁਹੱਮਦ ਸੱਲੱਲਾਹੁ ਅਲੈਹਿ ਵਸੱਲਮ ਦੇ, ਅੱਛਾ ਫਿਰ ਅਸੀਂ ਅਗਰੈਸਿਵ ਹੁੰਦੇ ਹਾਂ ਕਿਉਂਕਿ ਸਾਡੇ ਰਗਾਂ ਦੇ ਵਿੱਚ ਜਿਹੜਾ ਖੂਨ ਹੈ ਉਹਦਾ ਇਹ ਤਕਾਜ਼ਾ ਵੇ ਕਿ ਅਸੀਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਉੱਪਰ ਔਰ ਅੱਲਾਹ ਪਾਕ ਦੇ ਉੱਪਰ ਜਾਂ ਕੁਰਾਨ ਪਾਕ ਦੀ ਤੋਹੀਨ ਜਾਂ ਕੋਈ ਵੀ ਐਸਾ, ਬਲਕਿ ਮੈਂ ਤਾਂ ਇਹ ਗੱਲ ਆਖਣਾ ਕਿ ਕੋਈ ਮੇਰੀ ਮਾਂ ਨੂੰ, ਕੋਈ ਮੇਰੇ ਬਾਪ ਨੂੰ ਅਗਰ ਕੋਈ ਗਾਲ ਕੱਢਦਾ ਹੈ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰ ਪਾਉਂਦੇ। ਹਾਲਾਂਕਿ ਇਹ ਉਹੀ ਵਾਲਿदैन ਨੇ, ਅਗਰ ਮੈਨੂੰ ਜਾਂ ਤੁਹਾਨੂੰ ਇਹੀ ਵਾਲਿदैन ਸਾਨੂੰ ਰਿਸਾਲਤ ਮੁਹੱਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੀ ਨਮੂਜ਼ ਤੋਂ ਵੀ ਕੁਰਬਾਨ ਕਰਨੇ ਪੈਣ ਤੇ ਅਸੀਂ ਇੱਕ ਮਿੰਟ ਵੀ ਨਹੀਂ ਲਾਵਾਂਗੇ। ਐਡਵੋਕੇਟ ਸਾਹਿਬ, ਅਸੀਂ ਇੱਕ ਮਿੰਟ ਵੀ ਲਾਉਂਦੇ। ਲੇਕਿਨ ਸੋਚਣ ਵਾਲੀ ਇਹ ਗੱਲ ਹੈ ਕਿ ਇਹਦੇ ਨਾਲ ਆਇਆ ਇਹ ਵਕੂਆ ਸੱਚ ਸੀ? ਅਗਰ ਤੇ ਸੱਚਾ ਸੀ ਤੇ ਫਿਰ ਵੀ ਸਾਨੂੰ ਕੋਈ ਹੱਕ ਨਹੀਂ ਪਹੁੰਚਦਾ ਕਿ ਅਸੀਂ ਕਾਨੂੰਨ ਨੂੰ ਹੱਥ 'ਚ, ਜਦੋਂ ਕਾਨੂੰਨ ਮੌਜੂਦ ਹੈ ਤਾਂ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ। ਸਾਨੂੰ ਕਾਨੂੰਨ ਦੇ ਮੁਤਾਬਕ ਸਾਰੇ, ਹੁਣ ਇਹਦੇ ਨਾਲ ਜਦੋਂ ਅਸੀਂ ਕਾਨੂੰਨ ਹੱਥ 'ਚ ਲਿਆ, ਇੱਕ ਬੰਦੇ ਨੂੰ ਅਸੀਂ ਮਾਰਿਆ ਤੇ ਉਹਦੇ ਨਾਲ ਕਿਤਨੇ ਘਰਾਨੇ, ਮੈਂ ਅੱਗੇ ਵੀ ਗੱਲ ਕਰਦਾ ਸਾ ਪਿਆ, ਕਿਤਨੀਆਂ ਮਾਵਾਂ, ਕਿਤਨੀਆਂ ਬੀਵੀਆਂ, ਕਿਤਨੀਆਂ ਭੈਣਾਂ ਔਰ ਕਿਤਨੇ ਭਾਈ ਔਰ ਕਿਤਨੇ ਬਾਪ ਵਿਚਾਰੇ ਉਹ ਰੋਜ਼ ਮਰਦੇ ਨੇ ਔਰ ਰੋਜ਼ ਉਹ ਜਿਉਂਦੇ ਨੇ। ਮੈਂ ਅਪੀਲ ਕਰਨਾ ਚਾਹੁੰਦਾ ਆਪਣੇ ਸੁਣਨ ਵਾਲਿਆਂ ਦੇ ਅੱਗੇ ਕਿ ਆਪਣੇ ਇਰਦਾ ਗਿਰਦ ਆਪਣਾ ਵੀ ਖਿਆਲ ਰੱਖੋ, ਇਰਦਾ ਗਿਰਦ ਵੀ ਖਿਆਲ ਰੱਖੋ। ਕਿਤੇ ਕੋਈ ਮੁਨੱਜ਼ਮ ਸਾਜ਼ਿਸ਼ ਦੇ ਤਹਿਤ ਕੋਈ ਸਾਡੇ ਇਸ ਵਤਨ ਅਜ਼ੀਜ਼ ਨੂੰ ਕਿਸੇ ਨਾ ਕਿਸੇ ਸੂਰਤ, ਕਿਸੇ ਨਾ ਕਿਸੇ ਜਗ੍ਹਾ ਤੇ, ਕਿਸੇ ਨਾ ਕਿਸੇ ਪਾਸੇ ਤੋਂ ਖੋਖਲਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਪਏ। ਇਹ ਬੜੀ ਮਜ਼ਮੂਮ ਕੋਸ਼ਿਸ਼ ਹੁੰਦੀ ਹੈ ਔਰ ਇਹ ਬੜਾ ਆਸਾਨ ਟਾਰਗੇਟ ਹੈ ਸਾਡੇ ਦੁਸ਼ਮਣਾਂ ਦਾ ਕਿ ਜ਼ਰਾ ਜੀ ਸ਼ਹਿ ਦਿਓ ਦੀਨੀ ਹਵਾਲੇ ਦੇ ਨਾਲ, ਰਿਸਾਲਤ ਮੁਹੱਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਨਾਮੂਸ ਦੇ ਹਵਾਲੇ ਦੇ ਨਾਲ, ਹੁਰਮਤੇ ਕੁਰਾਨ ਪਾਕ ਦੇ ਹਵਾਲੇ ਦੇ ਨਾਲ, ਤੇ ਕਿਉਂਕਿ ਸਾਡਾ ਈਮਾਨੀ ਜਜ਼ਬਾ, ਅਗਰ ਅਸੀਂ ਇਹੀ ਕੁਰਾਨ ਪਾਕ ਨੂੰ ਪੜ੍ਹਿਆ ਹੋਵੇ, ਇਹਦੀ ਤਫਸੀਰ ਸਿੱਖੀ ਹੋਵੇ, ਪੜ੍ਹੀ ਹੋਵੇ ਔਰ ਉਹਦੇ ਤੇ ਅਮਲ ਪੈਰਾ ਹੋਈਏ, ਤੇ ਮੇਰਾ ਖਿਆਲ ਆਉਂਦਾ ਕਿ ਇਸ ਤਰ੍ਹਾਂ ਦੇ ਇੰਸੀਡੈਂਟ ਨਹੀਂ ਹੋਣਗੇ। ਐਡਵੋਕੇਟ ਸਾਹਿਬ, ਆਖਿਰ ਤੇ ਕੋਈ ਪੈਗਾਮ ਦੇਣਾ ਚਾਹੋਗੇ? ਮੇਰਾ ਸਰ ਜਿਹੜਾ ਪੈਗਾਮ ਹੈ,
ਸਾਰੀ ਨੇਸ਼ਨ ਵਾਸਤੇ ਐਜ਼ ਅ ਮੁਸਲਿਮ ਕਮਿਊਨਿਟੀ ਕਿ ਅਗਰ ਕੋਈ ਐਸਾ ਵਕੂਆ ਹੁੰਦਾ ਹੈ, ਇਸ ਤੋਂ ਕਰਨ ਤੋਂ ਪਹਿਲਾਂ ਉਹਦੇ ਅੰਦਰ ਪਾਰਟਿਸਿਪੇਟ ਹਿੱਸਾ ਲੈਣ ਤੋਂ ਪਹਿਲਾਂ ਸਰ ਉਹਦੇ ਹਕਾਇਕ ਸਾਨੂੰ ਪਤਾ ਹੋਣੇ ਚਾਹੀਦੇ ਨੇ। ਬਿਲਕੁਲ ਠੀਕ ਹੈ ਕਿ ਅਗਰ ਕਿਸੇ ਕ੍ਰਿਸਚਨ ਨੇ, ਕਿਸੇ ਕਾਫਰ ਨੇ, ਈਸਾਈ ਨੇ ਜਾਂ ਈਵਨ ਦੈਨ ਕਿ ਕਿਸੇ ਕਾਦੀਆਨੀ ਨੇ ਵੀ ਦੇਖੋ ਜੀ ਇਹ ਤਾਂ ਅਸੀਂ ਕੀ ਗੱਲ ਕੀਤੀ ਹੈ ਕਿ ਇਹ ਬੱਚੇ ਜਿਹੜੇ ਹਾਫਜ਼ੇ ਕੁਰਾਨ ਸਨ ਇਹ ਤੇ ਕੋਈ ਕਾਫਰ ਨਹੀਂ ਸਨ ਨਾ ਹੀ ਜਾਂ ਇੱਕ ਹਾਫਜ਼ੇ ਕੁਰਾਨ ਸੀ ਤੇ ਮੈਂ ਕੀਤਾ ਖਿਆਲੀ ਦੇ ਵਿੱਚ ਸੀ ਇੱਕ ਜੀ ਉਹ ਵੀ ਇਨਸੀਡੈਂਟ ਜਿਹੜਾ ਉਹ ਹਾਫਜ਼ੇ ਕੁਰਾਨ ਸੀ, ਉਹ ਤੇ ਕੁਰਾਨ ਪਾਕ ਹਰ ਮੁਹਰਮ ਦੇ ਵਿੱਚ ਪੂਰਾ ਕੁਰਾਨ ਪਾਕ ਪੜ੍ਹ ਕੇ ਸੁਣਾਉਣ ਵਾਲਾ ਸੀ। ਇਹਦਾ ਸਰ ਸਾਨੂੰ ਜਾਂਚ ਪੜਤਾਲ ਕਰਕੇ ਤੇ ਫਿਰ ਦੂਸਰੀ ਸਰ ਗੱਲ ਹੈ ਕਿ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਵੇ ਕਿ ਸਾਡੇ ਇਸ ਮਾਸ਼ਰੇ ਦੇ ਅੰਦਰ ਸਰ ਦੀਨੀ ਤਾਲੀਮ ਦੀ ਇੰਨੀ ਕੁ ਕਮੀ ਹੈ ਕਿ ਅਸੀਂ ਕਿਸੇ ਚੀਜ਼ ਦੀ ਕੈਟਾਗਰੀ ਈਵਨ ਦੈਨ ਕਿ ਅਸੀਂ ਇਹ ਮੁਕੱਦਮਾ ਟਰਾਇਲ ਕੀਤਾ, ਮੁਕੱਦਮੇ ਦੇ ਅੰਦਰ ਸਰ ਅਸੀਂ ਇੱਕ ਐਪੀਸੋਡ ਜਿਹੜਾ ਕੈਟਾਗਰੀ ਕੀਤੀ ਹੈ ਮੁਲਜ਼ਮਾਨ ਦੀ, ਲੇਕਿਨ ਸਰ ਅਸੀਂ ਦੀਨ ਦੇ ਅਗਰ ਕੋਈ ਸਾਡਾ ਫੈਮਿਲੀ ਮਾਮਲਾ ਹੁੰਦਾ ਵੇ ਤੇ ਅਸੀਂ ਪੁਲਿਸ ਦਾ ਜਾਂ ਅਦਾਲਤਾਂ ਦਾ ਵੇਟ ਕਰਨੇ ਆ, ਲੇਕਿਨ ਇਹ ਵਾਹਦ ਇਹ ਮਾਮਲਾ ਵੇ ਜਿਹਦੇ ਵਿੱਚ ਨਾ ਸਰ ਅਸੀਂ ਪੁਲਿਸ ਦਾ ਵੇਟ ਕਰਨੇ ਆ, ਨਾ ਅਦਾਰਿਆਂ ਦਾ ਵੇਟ ਕਰਨੇ ਆ, ਨਾ ਕਿਸੇ ਅਦਾਲਤ ਦਾ ਵੇਟ ਕਰਨੇ ਆ। ਇਹਦੇ ਵਿੱਚ ਸਰ ਹਰ ਬੰਦਾ ਸਿੱਧਾ ਜੰਨਤ 'ਚ ਜਾਣਾ ਚਾਹੁੰਦਾ ਤੇ ਹਰ ਬੰਦਾ ਕ੍ਰੈਡਿਟ ਲੈਣਾ ਚਾਹੁੰਦਾ ਕਿ ਮੈਂ ਹੀ ਆਸ਼ਿਕ ਰਸੂਲ ਹਾਂ, ਮੇਰੇ ਤੋਂ ਵੱਡਾ ਆਸ਼ਿਕ ਰਸੂਲ ਕੋਈ ਵੀ ਨਹੀਂ ਹੈਗਾ। ਮਤਲਬ ਕਿ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਸਾਨ ਤਰੀਕਾ ਇਹ ਤਲਾਸ਼ ਕਰ ਲਿਆ ਕਿ ਕਿਸੇ ਬੰਦੇ ਨੂੰ ਇਸ ਬੇਸ ਤੇ ਮਾਰ ਕੇ ਤੇ ਅਸੀਂ ਆਸਾਨੀ ਦੇ ਨਾਲ ਜੰਨਤ ਤੇ ਜਾ ਸਕਦੇ ਹਾਂ। ਔਰ ਅੱਲਾਹ ਪਾਕ ਦੇ ਕੁਰਾਨ ਦੀ ਉਹ ਆਇਤ ਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗੀ ਕਿ ਜਿਸ ਕਿਸੇ ਨੇ ਇੱਕ ਜਾਨ ਬਚਾਈ ਗੋਇਆ ਕਿ ਉਸਨੇ ਪੂਰੀ ਇਨਸਾਨੀਅਤ ਨੂੰ ਬਚਾਇਆ। ਔਰ ਫਿਰ ਅੱਗੇ ਕੀ ਹੈ ਕਿ ਕਿਸੇ ਨੇ ਇੱਕ ਜਾਨ ਨੂੰ ਮਾਰਿਆ, ਕਿਸੇ ਇੱਕ ਜਾਨ ਨੂੰ ਨੁਕਸਾਨ ਦਿੱਤਾ, ਉਹਦਾ ਮਤਲਬ ਇਹ ਵੀ ਕਿ ਤੁਸੀਂ ਪੂਰੀ ਇਨਸਾਨੀਅਤ ਨੂੰ ਨੁਕਸਾਨ ਦਿੱਤਾ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਚਾਹਾਂਗੇ। ਆਇੰਦਾ ਇਨਸ਼ਾਅੱਲਾ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਕਿਸੇ ਨਈ ਸ਼ਖਸੀਅਤ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਆਪਣੇ ਮੇਜ਼ਬਾਨ ਡਾਕਟਰ ਸ਼ੌਕਤ ਅਲੀ ਚੌਧਰੀ ਤੇ ਅੱਜ ਦੇ ਮਹਿਮਾਨ ਜਨਾਬ ਰਾਸ਼ਦ ਸੁਹੇਲ ਮਹਿਰ ਸਾਹਿਬ ਨੂੰ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ।